दोस्तों सत श्री अकाल, मैं सतविंदर सिंह फाइनेंशियल सिक्योरिटी एडवाइज़र। ਅੱਜ ਆਪਾਂ ਗੱਲ ਕਰਾਂਗੇ RRSP ਦੀ। RRSP ਦਾ ਮਤਲਬ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ। ਇਹ ਤਾਂ ਸ਼ੁਰੂ ਦੇ ਵਿੱਚ ਹੀ ਮੈਂ ਦੋ ਮਿਥ ਜਿਹੜੇ ਹਨ RRSP ਨੂੰ ਲੈ ਕੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗਾ। ਬਹੁਤ ਲੋਕ ਇਹ ਸੋਚਦੇ ਨੇ ਕਿ ਸ਼ਾਇਦ RRSP ਜਿਹੜੇ ਹਨ ਰਿਟਾਇਰਮੈਂਟ ਦੇ ਨੇੜੇ ਲੋਕ ਜਾਂਦੇ ਨੇ ਉਹਨਾਂ ਨੂੰ ਜਿਹੜੀ ਹੈ ਕਰਨੀ ਚਾਹੀਦੀ ਹੈ। ਦੂਸਰੀ ਮਿਥ ਇਹ ਹੈ ਕਿ ਸ਼ਾਇਦ ਅਸੀਂ RRSP ਦੇ ਵਿੱਚ ਪੈਸੇ ਵਿਡਰਾਅ ਨਹੀਂ ਕਰ ਸਕਦੇ ਹੈਗੇ, ਸ਼ਾਇਦ ਜਦੋਂ ਅਸੀਂ ਰਿਟਾਇਰਮੈਂਟ ਏਜ 'ਤੇ ਹੋਵਾਂਗੇ ਉਦੋਂ ਵਿਡਰਾਅ ਕਰ ਸਕਦੇ ਹਾਂ। ਇਹ ਦੋਨੋਂ ਗੱਲਾਂ ਜਿਹੜੀਆਂ ਹਨ ਗਲਤ ਹਨ। ਜਿੰਨੀ ਛੇਤੀ ਅਸੀਂ ਇਹ ਸਟਾਰਟ ਕਰੀਏ, ਯੰਗ ਏਜ 'ਤੇ ਆਪਾਂ ਸਟਾਰਟ ਕਰੀਏ, ਉਨੀ ਹੀ ਵਧੀਆ ਗੱਲ ਹੁੰਦੀ ਹੈ। ਔਰ ਦੂਸਰੀ ਮਿੱਥ ਦਾ ਜਿਹੜਾ ਆਨਸਰ ਇਹ ਹੈਗਾ ਕਿ ਅਸੀਂ RRSP 'ਚੋਂ ਜਦੋਂ ਚਾਹੀਏ ਪੈਸੇ ਵਿਡਰਾਅ ਕਰ ਸਕਦੇ ਹੈਗੇ ਹਾਂ। RRSP ਇੱਕੋ ਇੱਕ ਸਾਧਨ ਹੈ ਕੈਨੇਡਾ ਦੇ ਵਿੱਚ ਜਿਹਦੇ ਕਰਕੇ ਅਸੀਂ ਜਿਹੜਾ ਹੈ ਇਨਕਮ ਟੈਕਸ ਬਚਾ ਸਕਦੇ ਹੈਗੇ ਆ। ਉਦਾਹਰਨ ਦੇ ਤੌਰ ਤੇ ਸਮਝਣਾ ਹੋਏ ਤੇ ਜੇ ਮੰਨ ਲਓ ਕਿਸੇ ਬੰਦੇ ਦੀ ਅਗਰ ਇਨਕਮ ਉਹਦੀ ਇੰਡੀਵਿਜੂਅਲ ਇਨਕਮ $50,000 ਹੈ, ਜੇ ਉਹਦੀ $50,000 ਹੈ, ਮੰਨ ਲਓ ਕਿ ਉਹ RRSP ਦੇ ਵਿੱਚ ਜਿਹੜਾ ਹੈ $10,000 ਪਾਉਂਦਾ ਹੈ, 10,000 ਉਸਨੇ ਆਪਣੀ RRSP ਦੇ ਵਿੱਚ ਪਾ ਦਿੱਤੇ। ਇਹ ਜਿਹੜੀ 10,000 ਅਮਾਊਂਟ ਹੈ ਉਹਦੀ ਇਨਕਮ ਦੇ ਵਿੱਚੋਂ ਮਾਈਨਸ ਹੋ ਜਾਂਦੀ ਹੈਗੀ ਆ। ਮਾਈਨਸ ਹੋ ਗਈ, ਦੈਟ ਮੀਨਸ ਕਿ ਬਾਕੀ ਬਚੇ $40,000। ਜੇ ਉਹ ਅਗਰ ਉਹ ਬੰਦਾ RRSP 'ਚ ਪੈਸੇ ਨਹੀਂ ਸੀ ਪਾਉਂਦਾ ਤਾਂ $50,000 ਦਾ ਉਹਦਾ ਟੈਕਸ ਕੈਲਕੂਲੇਟ ਹੋਣਾ ਸੀ। ਹੁਣ ਉਸਨੇ $10,000 ਜਿਹੜੇ ਹਨ RRSP ਦੇ ਵਿੱਚ ਪਾ ਦਿੱਤੇ। ਹੁਣ ਉਸ ਦੀ ਜਿਹੜੀ ਹੈ ਇਨਕਮ 40,000, ਇਨਕਮ ਤਾਂ ਉਹਦੀ 50,000 ਹੀ ਹੈ, ਪਰ ਉਸ ਨੂੰ ਟੈਕਸ ਜਿਹੜਾ ਹੈ ਉਹ $40,000 ਤੇ ਲੱਗੇਗਾ। ਤਾਂ ਉਸ ਦਾ ਜਿਹੜੀ ਟੈਕਸ ਦੀ ਜਿਹੜੀ ਹੈ ਟੈਕਸ ਬਿੱਲ ਜਿਹੜਾ ਬਣੇਗਾ ਉਹ ਤਕਰੀਬਨ $2,700 ਘੱਟ ਬਣੇਗਾ। ਦੈਟ ਮੀਨਸ ਕਿ ਜੇ ਉਸ ਦਾ ਇਨਕਮ ਟੈਕਸ ਕੱਟਿਆ ਗਿਆ, ਪੇਰੋਲ ਦੇ ਵਿੱਚੋਂ ਕੱਟਿਆ ਗਿਆ, ਤੇ ਉਸ ਨੂੰ $2,700 ਜ਼ਿਆਦਾ ਰਿਫੰਡ ਆ ਸਕਦਾ ਹੈਗਾ ਜੇ ਉਸ ਦਾ ਟੈਕਸ ਘੱਟ ਬਣਦਾ ਹੈਗਾ। ਤੇ ਇਹ RRSP ਦੇ ਵਿੱਚ ਸਿੱਧਾ ਜਿਹੜਾ ਹੈ ਫਾਇਦਾ ਸਾਨੂੰ ਇਹ ਹੁੰਦਾ ਕਿ ਇਹ $2,700 ਦਾ ਜਿਹੜਾ ਸਾਡਾ ਰਿਫੰਡ ਜ਼ਿਆਦਾ ਬਣਦਾ ਹੈਗਾ। ਹੁਣ ਇਹ ਜੋ ਵੀ ਅਸੀਂ RRSP ਦੇ ਵਿੱਚ ਪੈਸੇ ਜਮ੍ਹਾਂ ਕਰਵਾਉਂਦੇ ਹਾਂ, ਅਸੀਂ ਕਦੇ ਵੀ ਜਿਹੜਾ ਹੈ ਕਢਵਾ ਸਕਦੇ ਹੈਗੇ ਹਾਂ। ਜਦੋਂ ਵੀ ਅਸੀਂ ਉਹ ਪੈਸੇ ਕਢਵਾਉਂਦੇ ਹਾਂ, ਭਾਵੇਂ ਰਿਟਾਇਰਮੈਂਟ 'ਤੇ ਕਢਵਾਈਏ ਜਾਂ ਅਸੀਂ ਪਹਿਲਾਂ ਵੀ ਕਢਵਾ ਸਕਦੇ ਹਾਂ, ਤਾਂ ਉਹ ਸਾਡੀ ਇਨਕਮ ਦੇ ਵਿੱਚ ਉਸ ਸਾਲ ਦੀ ਇਨਕਮ ਦੇ ਵਿੱਚ ਜਿਹੜਾ ਹੈ ਜਮ੍ਹਾਂ ਹੋ ਜਾਣਗੇ। ਜੇ ਟੈਕਸ ਬਣਦਾ ਤਾਂ ਫਿਰ ਆਪਾਂ ਨੂੰ ਜਿਹੜਾ ਹੈ ਟੈਕਸ ਦੇਣਾ ਪਵੇਗਾ। ਹੁਣ ਕਈ ਲੋਕ ਕਹਿੰਦੇ ਨੇ ਇਸ ਕਰਕੇ ਵੀ ਜਿਹੜਾ ਹੈ RRSP 'ਚ ਪੈਸੇ ਨਹੀਂ ਪਾਉਂਦੇ ਕਿ ਟੈਕਸ ਤਾਂ ਫਿਰ ਵੀ ਦੇਣੇ ਪੈਣਾ ਹੈਗਾ। ਇਸ ਨੂੰ ਕਲੀਅਰ ਕਰਨ ਵਾਸਤੇ ਮੈਂ ਇੱਕ ਫਿਰ ਉਦਾਹਰਨ ਲੈਣਾ। ਕਿ ਮੰਨ ਲਓ ਕਿ ਤੁਸੀਂ ਜਿਹੜਾ ਹੈ 2019 ਦੇ ਵਿੱਚ ਗਵਰਨਮੈਂਟ ਨੂੰ ਟੈਕਸ ਦੇਣਾ ਸੀ $2,700, ਪਰ ਤੁਸੀਂ RRSP 'ਚ ਪੈਸੇ ਪਾ ਲਏ ਤੇ ਇਹ ਜਿਹੜਾ ਹੈ $2,700 ਤੁਹਾਡਾ ਟੈਕਸ ਤੁਹਾਨੂੰ ਰਿਫੰਡ ਆ ਗਿਆ। ਤੁਹਾਨੂੰ ਟੈਕਸ ਘੱਟ ਦੇਣਾ ਪਿਆ $2,700 2019 ਦੇ ਵਿੱਚ। ਪਰ ਇਹੋ ਜੇ ਤੁਸੀਂ ਅੱਗੇ ਜਾ ਕੇ ਪੈਸੇ ਵਿਡਰਾਅ ਕਰਦੇ ਹੋ ਤੇ ਜੇ ਤੁਹਾਨੂੰ $2,700 ਦੇਣੇ ਪੈਂਦਾ, ਸੇ ਕਿ 5 ਸਾਲਾਂ ਬਾਅਦ ਜਿਹੜਾ ਹੈ 2024 ਦੇ ਵਿੱਚ ਜਾ ਕੇ ਤੁਹਾਨੂੰ ਲੋੜ ਪੈ ਜਾਂਦੀ ਪੈਸੇ ਦੀ ਤੇ ਤੁਸੀਂ ਪੈਸੇ ਵਿਡਰਾਅ ਕਰਦੇ ਹੋ ਤੇ ਤੁਹਾਨੂੰ ਇਹ ਮੰਨ ਲਓ ਕਿ $2,700 ਹੀ ਗਵਰਨਮੈਂਟ ਨੂੰ ਟੈਕਸ ਦੇਣੇ ਪੈਂਦਾ। ਤੇ ਜੇ ਤੁਸੀਂ ਜਿਹੜਾ ਟੈਕਸ 2019 ਦੇ ਵਿੱਚ ਦੇਣਾ ਸੀ, ਜੇ ਤੁਸੀਂ 2024 ਦੇ ਵਿੱਚ ਜਾ ਕੇ ਦੇ ਰਹੇ ਹੈਗੇ ਹੋ ਜਾਂ ਉਸ ਤੋਂ ਬਾਅਦ 'ਚ ਵੀ ਦੇ ਰਹੇ ਹੋ ਜਾਂ ਪਹਿਲਾਂ ਵੀ ਦੇ ਰਹੇ ਹੈਗੇ ਹੋ, ਤੇ $2,700 ਤਾਂ ਤੁਸੀਂ ਗਵਰਨਮੈਂਟ ਦਾ ਯੂਜ਼ ਕਰ ਹੀ ਰਹੇ ਹੈਗੇ ਹੋ ਨਾ। ਇਹ ਤੁਹਾਡੀ ਸਿਆਣਪ ਹੈਗੀ ਆ, ਤੁਹਾਡੀ ਕਹਿ ਲਓ ਕਿ ਇਨਵੈਸਟਮੈਂਟ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਉਸ ਨੂੰ ਕਰਦੇ। ਹੋ ਸਕਦਾ ਕਿ ਇਹਨਾਂ ਸਾਲਾਂ ਦੇ ਵਿੱਚ ਤੁਸੀਂ 2,700 ਨੂੰ ਡਬਲ ਵੀ ਕਰ ਸਕਦੇ ਹੈਗੇ ਹੋ ਜਾਂ 1.5 ਗੁਣਾ ਕਰ ਸਕਦੇ ਹੈਗੇ ਹੋ। ਇਹ ਤੇ ਤੁਹਾਡੀ ਜਿਹੜੀ ਹੈ ਇਨਵੈਸਟਮੈਂਟ ਦੀ ਜਿਹੜੀ ਕਾਬਲੀਅਤ ਹੈ ਉਹਦੇ 'ਤੇ ਜਿਹੜਾ ਹੈ ਡਿਪੈਂਡ ਕਰਦਾ ਹੈਗਾ। ਤਾਂ ਕਿਉਂ ਨਾ ਇਹ ਜਿਹੜਾ ਆਪਾਂ ਗਵਰਨਮੈਂਟ ਨੂੰ $2,700 ਦੇਣਾ, ਅੱਜ ਦੇਣਾ 2019 ਦੇ ਵਿੱਚ 2024 'ਚ ਦੇ ਦੇਵਾਂਗੇ। ਜੇ ਅਸੀਂ ਸੇਵ ਕਰ ਸਕਦੇ ਹਾਂ ਤੇ ਆਪਾਂ ਉਹਨੂੰ ਜਿਹੜਾ ਹੈਗਾ ਕਿਉਂ ਨਾ ਸੇਵ ਕੀਤਾ ਜਾਵੇ ਅਗਰ ਆਪਾਂ ਟੈਕਸ ਕਰਦੇ ਹਾਂ। ਦੂਜੀ ਗੱਲ, ਜਿਹੜਾ ਅਸੀਂ $10,000 ਜਮ੍ਹਾਂ ਕਰਵਾਇਆ ਉਹ ਵੀ ਸਾਡੇ ਖਾਤੇ 'ਚ ਹੀ ਜਮ੍ਹਾਂ ਹੋ ਰਿਹਾ ਹੈਗਾ, ਸਾਡੀ ਸੇਵਿੰਗ ਹੋ ਰਹੀ ਹੈ। ਅਸੀਂ ਉਸ ਨੂੰ ਰਿਟਾਇਰਮੈਂਟ ਵਾਸਤੇ ਜਿਹੜਾ ਯੂਜ਼ ਤੇ ਕਰਨਾ ਹੀ ਕਰਨਾ ਹੈਗਾ। ਹੁਣ ਦੂਜੇ ਪਾਸੇ ਗੱਲ ਆ ਜਾਂਦੀ ਕਿ ਜਿਹੜਾ ਅਸੀਂ $10,000 ਜਮ੍ਹਾਂ ਕਰਵਾਇਆ ਸੀ, ਇਹ 10,000 ਅਸੀਂ ਇਨਵੈਸਟ ਕਰ ਰਹੇ ਹਾਂ। ਅਸੀਂ ਬੌਂਡਸ ਦੇ ਵਿੱਚ, ਅਸੀਂ ਸ਼ੇਅਰ ਮਾਰਕੀਟ ਦੇ ਵਿੱਚ, ਅਸੀਂ ਕਿਤੇ ਵੀ ਜਿੱਥੇ ਵੀ ਤੁਹਾਨੂੰ ਚੰਗਾ ਲੱਗਦਾ ਹੈਗਾ, ਤੁਸੀਂ ਆਪਣੇ ਨੌਲੇਜ ਦੇ ਹਿਸਾਬ ਦੇ ਨਾਲ ਜਾਂ ਜਿਸ ਵੀ ਐਡਵਾਈਜ਼ਰ ਦੇ ਨਾਲ ਤੁਸੀਂ ਕੰਮ ਕਰਦੇ ਹੈਗੇ ਹੋ, ਉਸ ਨੂੰ ਕਿਸ ਤਰ੍ਹਾਂ ਦੀ ਜਿਹੜੀ ਕਿੰਨੀ ਕੁ ਨੌਲੇਜ ਹੈਗੀ ਹੈ ਉਹਦੇ ਹਿਸਾਬ ਨਾਲ ਤੁਹਾਨੂੰ ਉਹ ਰਿਟਰਨ ਲੈ ਕੇ ਦੇਗਾ।
ਮੰਨ ਲਓ 2%, 5%, 10% ਜਾਂ 15% ਰਿਟਰਨ ਤੁਹਾਨੂੰ ਉਹ ਪੈਸੇ ਤੇ ਆ ਰਹੀ ਹੈ। 10,000 ਜਿਹੜਾ ਤੁਸੀਂ ਜਮ੍ਹਾਂ ਕਰਵਾਇਆ ਸੀ RRSP, ਉਹਦੇ ਵਿੱਚ ਵੀ ਜਿਹੜੀ ਹੈ ਤੁਹਾਨੂੰ ਰਿਟਰਨ ਆ ਰਹੀ ਹੈਗੀ ਹੈ। ਦੈਟ ਮੀਨਸ ਕਿ ਤੁਹਾਡਾ 10,000 ਵੀ ਜਿਹੜਾ ਗਰੋ ਕਰ ਰਿਹਾ ਹੈਗਾ। ਇੱਕ ਵੱਡੀ ਗੱਲ ਆਉਂਦੀ, ਲੋਕੀ ਕਹਿੰਦੇ ਪੈਸੇ ਤੇ ਹੈ ਨਹੀਂ ਕਿ 10,000 ਆਪਾਂ ਕਿੱਥੋਂ ਕਰਵਾ ਦਈਏ ਜਮ੍ਹਾਂ, ਕਿਉਂਕਿ ਜਿਵੇਂ ਜਿਵੇਂ ਸਾਡੇ ਕੋਲ ਚੈੱਕ ਆਉਂਦੇ ਨੇ ਅਸੀਂ ਖਰਚਦੇ ਰਹਿੰਦੇ ਹੈਗੇ ਆ। ਬਿੱਲ ਟੂ ਬਿੱਲ ਜਿਹੜੀ ਹੈ ਸਾਡੀ ਲਾਈਫ ਮੋਸਟਲੀ ਚੱਲਦੀ ਹੈਗੀ ਹੈ, ਤੇ $10,000 ਕਿੱਥੋਂ ਆਉਣ। ਪਰ ਜੇ ਤੁਹਾਡੀ ਇੰਟੈਂਸ਼ਨ ਹੈਗੀ ਕਿ ਮੈਂ ਕਿਉਂ ਨਾ $2,700 ਜਿਹੜਾ ਅਗਰ ਮੈਂ RRSP 'ਚ $10,000 ਅਗਰ ਮੈਂ RRSP ਤੇ $10,000 ਜਮ੍ਹਾਂ ਕਰਵਾਉਣਾ ਤੇ ਮੇਰਾ $2,700 ਜਿਹੜਾ ਹੈ ਮੇਰਾ ਟੈਕਸ ਬਚੇਗਾ, ਤੇ ਮੈਨੂੰ ਪੈਸੇ ਕਿਤੋਂ ਨਾ ਕਿਤੋਂ ਜਿਹੜੇ ਹਨ ਮਿਲ ਜਾਣ। ਵੀ ਆਪਾਂ ਇੰਟਰਸਟਡ ਤੇ ਹੁੰਦੇ ਆ ਕਿ $2,700 ਜਿਹੜਾ ਹੈ ਵੀ ਇਹ ਮੈਨੂੰ ਬਚਤ ਹੋ ਜੇ, ਪਰ ਆਪਣੇ ਕੋਲ ਪੈਸੇ ਨਹੀਂ ਹੈਗੇ, 10,000 ਕੈਸ਼ ਨਹੀਂ ਹੈਗਾ ਕਿ ਅਸੀਂ ਉਹਦੇ 'ਚ ਜਮ੍ਹਾਂ ਕਰਵਾ ਦਈਏ। ਬਹੁਤ ਸਾਰੇ ਬੈਂਕ ਜਿਹੜੇ ਹਨ, ਬਹੁਤ ਸਾਰੇ ਕਿ ਤਕਰੀਬਨ ਸਾਰੇ ਬੈਂਕ ਜਿਹੜੇ ਹਨ ਤੁਹਾਨੂੰ RRSP ਵਾਸਤੇ ਜਿਹੜਾ ਲੋਨ ਵੀ ਦੇ ਦਿੰਦੇ ਹੈਗੇ ਨੇ, ਤੇ ਉਹ ਜਿਹੜੀਆਂ ਤੁਸੀਂ 2 ਸਾਲਾਂ ਦੇ ਵਿੱਚ 4 ਸਾਲਾਂ ਦੇ ਵਿੱਚ ਜਿਹੜੀਆਂ ਹਨ ਕਿਸ਼ਤਾਂ ਜਮ੍ਹਾਂ ਬਣਾ ਕੇ ਛੋਟੀਆਂ ਛੋਟੀਆਂ ਕਿਸ਼ਤਾਂ ਦੇ ਵਿੱਚ ਦੇ ਰੂਪ ਵਿੱਚ ਜਿਹੜਾ ਤੁਸੀਂ ਦੇ ਸਕਦੇ ਹੈਗੇ ਹੋ। ਹੋਰ ਪੈਸੇ ਜਨਰੇਟ ਕਰਨੇ ਹੋ ਤੁਸੀਂ ਆਪਣੀ ਹੋਮ ਇਕੁਇਟੀ ਤੇ ਵੀ ਜਿਹੜਾ ਹੈ ਪੈਸੇ ਲੈ ਸਕਦੇ ਹੈਗੇ ਹੋ, ਕਿਉਂਕਿ ਸਿੱਧਾ ਤੁਹਾਡਾ ਇੱਥੇ ਜਿਹੜਾ ਟੈਕਸ ਬਚਦਾ ਹੈਗਾ, ਪਲੱਸ ਜਿਹੜੇ ਹੋਮ ਇਕੁਇਟੀ ਦੇ ਤੁਹਾਨੂੰ 4-5% ਜੇ ਇੰਟਰਸਟ ਲੱਗ ਵੀ ਜਾਂਦਾ, ਤੇ ਸਿੱਧਾ ਜਿਹੜਾ ਇੱਥੇ ਤੁਹਾਡਾ $2,700 ਪਹਿਲਾਂ ਬਚਦਾ। ਫਿਰ ਉਹ 10,000 ਜਿਹੜਾ ਤੁਸੀਂ ਇਨਵੈਸਟ ਕਰਨਾ, ਇਹ ਤੁਹਾਡੀ ਕਾਬਲੀਅਤ ਤੇ ਜਿਹੜਾ ਡਿਪੈਂਡ ਕਰਦਾ। ਹੋ ਸਕਦਾ ਤੁਸੀਂ ਜਿੰਨਾ ਹੋਮ ਇਕੁਇਟੀ ਦੇ ਉੱਤੇ ਜਿਹੜਾ ਇੰਟਰਸਟ ਦੇ ਰਹੇ ਹੋ ਬੈਂਕ ਨੂੰ, ਉਹ ਤੋਂ 4 ਗੁਣਾ ਜ਼ਿਆਦਾ ਵੀ ਤੁਸੀਂ ਉੱਤੇ ਅਰਨ ਕਰ ਸਕਦੇ ਹੋ। ਤੋ ਇਹ ਬੜਾ ਥੋੜਾ ਜਿਹਾ ਡੂੰਘੀ ਨੌਲੇਜ ਵਾਲਾ ਪ੍ਰੋਡਕਟ ਹੈਗਾ RRSP, ਤੇ ਆਪਣੇ ਐਡਵਾਈਜ਼ਰ ਦੇ ਨਾਲ ਬੈਠ ਕੇ ਚੰਗੀ ਤਰ੍ਹਾਂ ਜਿਹੜਾ ਹੈ ਇਹਦੇ ਸਾਰੇ ਹੀ ਪੱਖ ਵੇਖਣੇ ਚਾਹੀਦੇ ਨੇ। ਪੈਸਿਆਂ ਦੀ ਕੋਈ ਗੱਲ ਨਹੀਂ, ਪੈਸੇ ਨਹੀਂ ਹੈਗੇ ਤੇ ਪੈਸੇ ਤੇ ਜਨਰੇਟ ਕਿਤੇ ਨਾ ਕਿਤੇ ਹੋ ਜਾਣਗੇ, ਭਾਵੇਂ ਆਪਾਂ ਬੈਂਕ ਕੋਲੋਂ RRSP ਲੈ ਲਈਏ, ਲੋਨ ਲੈ ਲਈਏ, ਜਾਂ ਅਸੀਂ ਹੋਮ ਇਕੁਇਟੀ ਤੋਂ ਵੀ ਜਿਹੜਾ ਹੈ ਪੈਸੇ ਜਿਹੜੇ ਹੈ ਚੱਕ ਸਕਦੇ ਹੈਗੇ ਆ ਆਪਣੇ ਇਹ $2,700 ਬਚਾਉਣ ਦੇ ਵਾਸਤੇ। ਹੁਣ ਗੱਲ ਆਉਂਦੀ ਹੈ ਕਿ ਮੈਂ RRSP ਦੇ ਵਿੱਚ ਪੈਸੇ ਕਿੰਨੇ ਪਾ ਸਕਦਾ ਹੈਗਾ। RRSP ਦੇ ਵਿੱਚ ਪੈਸੇ ਨਾਰਮਲੀ ਜਿਹੜੀ ਹੈਗੀ ਹੈ ਕਿ ਜਿੰਨੀ ਤੁਹਾਡੀ ਸਾਲ ਦੀ ਇਨਕਮ ਨੈਟ ਇਨਕਮ ਹੁੰਦੀ ਹੈ, ਉਹਦਾ 18% ਜਿਹੜਾ ਹੈ ਤੁਸੀਂ ਉਹਦੇ ਵਿੱਚ RRSP ਦੇ ਵਿੱਚ ਪਾ ਸਕਦੇ ਹੈਗੇ, ਕਿਉਂਕਿ ਗਵਰਨਮੈਂਟ ਤੁਹਾਨੂੰ ਅਨਲਿਮਿਟਿਡ ਜਿਹੜੀ ਹੈ ਇਹ ਜਿਹੜੀ ਹੈ ਲਿਮਿਟ ਨਹੀਂ ਦਿੰਦੀ ਕਿ ਤੁਸੀਂ ਜਿੰਨੇ ਮਰਜ਼ੀ ਪੈਸੇ ਪਾ ਦਿਓ, ਕਿਉਂਕਿ ਜਿੰਨੇ ਤੁਸੀਂ RRSP 'ਚ ਪੈਸੇ ਪਾਓਗੇ ਉਨਾ ਹੀ ਗਵਰਨਮੈਂਟ ਨੂੰ ਟੈਕਸ ਜਿਹੜਾ ਘੱਟ ਜਾਏਗਾ। ਤੇ ਇਸ ਕਰਕੇ ਗਵਰਨਮੈਂਟ ਨੇ ਇਹਦੇ ਤੇ ਲਾਇਆ ਕਿ ਤੁਸੀਂ 18% ਤੱਕ ਜਿਹੜੀ ਆਪਣੀ ਇਨਕਮ ਦਾ ਤੁਸੀਂ RRSP ਦੇ ਵਿੱਚ ਜਮ੍ਹਾਂ ਕਰਵਾ ਸਕਦੇ ਹੋ। ਮੰਨ ਲਓ ਕਿ ਜਦੋਂ ਦੇ ਤੁਸੀਂ ਕੈਨੇਡਾ ਆਏ ਹੈਗੇ ਹੋ ਜਾਂ ਇੱਥੇ ਤੁਸੀਂ ਰਹਿੰਦੇ ਹੈਗੇ ਹੋ, ਜੇ ਉਹ ਪਿਛਲੇ ਸਾਲਾਂ ਦੀ ਤੁਹਾਡੀ ਇਨਕਮ ਸੀ, ਤੁਸੀਂ RRSP ਦੇ ਵਿੱਚ ਪੈਸਾ ਨਹੀਂ ਪਾਇਆ, ਤੇ ਉਹ ਸਾਰਾ ਇਕੱਠਾ ਹੁੰਦਾ ਰਹਿੰਦੀ, ਲਿਮਿਟ ਜਿਹੜੀ ਵੱਧਦੀ ਰਹਿੰਦੀ ਤੁਹਾਡੀ, ਐਕਿਊਮੂਲੇਟ ਹੁੰਦੀ ਰਹਿੰਦੀ ਹੈਗੀ ਆ। ਤੇ ਮੰਨ ਲਓ ਜਿਹੜੀ ਤੁਸੀਂ ਜਦੋਂ ਆਪਾਂ ਨੋਟਿਸ ਆਫ ਅਸੈਸਮੈਂਟ ਸਾਨੂੰ ਆਉਂਦਾ, ਉਹਦੇ ਪਹਿਲੇ ਪੇਜ ਦੇ ਉੱਤੇ ਜਿਹੜਾ ਹੈਗਾ ਲਿਖਿਆ ਹੁੰਦਾ ਕਿ ਤੁਸੀਂ RRSP ਦੇ ਵਿੱਚ ਕਿੰਨੇ ਪੈਸੇ ਜਿਹੜੇ ਹਨ ਪਾ ਸਕਦੇ ਹੋ ਹੁਣ ਤੱਕ। ਤੇ ਕਰੰਟ ਈਅਰ ਦੇ ਵਿੱਚ ਜਿੰਨੀ ਸਾਡੀ ਇਨਕਮ ਹੁੰਦੀ ਹੈਗੀ ਆ, ਮੰਨ ਲਓ 2018 ਦੀ ਹੁਣ ਰਿਟਰਨ ਫਾਈਲ ਕਰਨੀ ਹੈ, ਤੇ 2018 ਦੀ ਜਿੰਨੀ ਵੀ ਸਾਡੀ ਇਨਕਮ ਆ ਉਹਦਾ 18%, ਤੇ ਜਿਹੜਾ ਪਿਛਲਾ ਸਾਡਾ ਰੂਮ ਪਿਆ ਸੀ RRSP ਦੀ ਲਿਮਿਟ ਜਿਹੜੀ ਸਾਨੂੰ ਪਈ ਸੀ, ਸਾਡੀ ਨੋਟਿਸ ਆਫ ਅਸੈਸਮੈਂਟ ਆਇਆ ਸੀ 2017 ਦੀ ਇਨਕਮ ਦਾ, ਉਹਦੇ ਉੱਤੇ ਲਿਖੀ ਹੈ ਪਲੱਸ 2018 ਦੀ ਇਨਕਮ ਦਾ 18% ਜਿਹੜਾ ਹੈ ਅਸੀਂ ਉਹਦੇ ਵਿੱਚ RRSP ਦੇ ਵਿੱਚ ਜਿਹੜਾ ਹੈ ਪਾ ਸਕਦੇ ਹੈਗੇ ਆ। ਹੁਣ ਗੱਲ ਆ ਜਾਂਦੀ ਕਿ ਕਢਾਉਣ ਦੀ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ RRSP ਦੇ ਵਿੱਚ ਪੈਸੇ ਤੁਸੀਂ ਜਦੋਂ ਮਰਜ਼ੀ ਕਢਾ ਸਕਦੇ ਹੋ। ਸਿਰਫ ਇਹੀ ਹੁੰਦਾ ਕਿ ਜਦੋਂ ਤੁਸੀਂ ਪੈਸੇ RRSP ਕਢਾਉਂਦੇ ਹੋ, ਤੁਹਾਡੀ ਜਿਸ ਸਾਲ ਤੁਸੀਂ ਕਢਵਾਉਂਦੇ ਹੋ ਉਸ ਸਾਲ ਦੀ ਇਨਕਮ ਦੇ ਵਿੱਚ ਤੁਹਾਡੇ ਜਮ੍ਹਾਂ ਹੋ ਜਾਂਦੇ ਨੇ। ਜਾਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ ਤਾਂ ਤੁਸੀਂ ਉਹਦੇ ਵਾਸਤੇ ਜਿਹੜੇ ਹੈ ਆਪਣੇ RRSP ਦੇ ਵਿੱਚੋਂ ਪੈਸੇ ਕਢਵਾ ਸਕਦੇ ਹੈਗੇ ਹੋ। ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ ਤੇ RRSP 'ਚ ਤੁਸੀਂ ਪੈਸੇ ਵਿਡਰਾਅ ਕਰਦੇ ਹੋ, ਦੈਨ ਇਹ ਤੁਹਾਡੀ ਇਨਕਮ ਦੇ ਵਿੱਚ ਨਹੀਂ ਜਮ੍ਹਾਂ ਹੁੰਦੇ, ਬਲਕਿ 15 ਸਾਲਾਂ ਦੇ ਵਿੱਚ ਥੋੜੇ ਥੋੜੇ ਕਰਕੇ ਤੁਸੀਂ ਦੁਬਾਰਾ ਫਿਰ RRSP ਦੇ ਵਿੱਚ ਪਾ ਸਕਦੇ ਹੈਗੇ ਹੋ। ਇਹ ਬਹੁਤ ਵਧੀਆ ਇੱਕ ਜਿਹੜੇ ਯੰਗਸਟਰ ਹੈਗੇ ਨੇ ਜਾਂ ਜਿਨ੍ਹਾਂ ਨੇ ਅਜੇ ਘਰ ਨਹੀਂ ਲਿਆ ਹੈਗਾ, ਉਹ ਆਪਣੇ ਘਰ ਦੀ ਜਿਹੜੀ ਹੈ ਡਾਊਨ ਪੇਮੈਂਟ ਇਕੱਠੀ ਕਰਨ ਵਾਸਤੇ RRSP ਦੇ ਵਿੱਚ ਪੈਸੇ ਰੱਖ ਸਕਦੇ ਨੇ। ਨਾਲੇ ਤੇ ਟੈਕਸ ਬਚ ਰਿਹਾ ਹੈਗਾ, ਜਦੋਂ ਲੋੜ ਪਏਗੀ ਉਹ ਵਿਡਰਾਅ ਵੀ ਕਰ ਲੈਣਗੇ, ਤੁਹਾਡੀ ਇਨਕਮ ਦੇ ਵਿੱਚ ਜਮ੍ਹਾਂ ਵੀ ਨਹੀਂ ਹੋਏਗਾ। ਤੇ ਬਹੁਤ ਹੀ ਵਧੀਆ ਚੀਜ਼ ਹੈਗੀ ਹੈ ਫਸਟ ਟਾਈਮ ਹੋਮ ਬਾਇਰ ਵਾਸਤੇ ਜੇ RRSP 'ਚ ਅਗਰ ਹੀ ਪੈਸੇ ਪਾਣੇ ਹੈਗੇ ਆ। ਤੀਜੀ ਚੀਜ਼ ਆਉਂਦੀ ਹੈਗੀ ਕਿ ਜੇ ਅਗਰ ਆਪਾਂ ਬੈਕ ਟੂ ਸਕੂਲ ਜਾਂਦੇ ਹੈਗੇ ਆ, ਆਪਾਂ ਪੜ੍ਹਨਾ ਚਾਹੁੰਦੇ ਹੈਗੇ ਆ, ਤੇ ਅਸੀਂ ਪੜ੍ਹਾਈ ਦੇ ਵਾਸਤੇ ਵੀ ਜਿਹੜੇ ਹੈ ਉਹਦੇ ਵਿੱਚੋਂ ਪੈਸੇ ਵਿਡਰਾਅ ਕਰ ਸਕਦੇ ਹੈਗੇ ਆ। ਜਿਹੜੀ ਏਜ ਹੈਗੀ ਆ RRSP 'ਚ ਪੈਸੇ ਰੱਖਣ ਦੀ, ਉਹ ਹੈਗੀ 71 ਸਾਲ। 71 ਈਅਰ ਤੱਕ ਦੀ ਜਦੋਂ ਤੱਕ ਸਾਡੀ ਏਜ ਨਹੀਂ ਹੁੰਦੀ, ਉਦੋਂ ਤੱਕ ਅਸੀਂ RRSP ਦੇ ਵਿੱਚ ਜਿਹੜਾ ਪੈਸੇ ਰੱਖ ਸਕਦੇ ਹਾਂ, ਉੱਥੇ ਉਹ ਗਰੋ ਕਰ ਸਕਦਾ ਹੈਗਾ।
ਪਰ 71 ਸਾਲ ਦੀ ਉਮਰ ਤੱਕ ਵਿੱਚ ਜਾ ਕੇ ਜਿਹੜਾ ਸਾਨੂੰ ਉਹ ਰਿਫ ਫੰਡ ਦੇ ਵਿੱਚ ਟ੍ਰਾਂਸਫਰ ਕਰਨੇ ਪੈਂਦੇ ਆ, ਰਿਟਾਇਰਮੈਂਟ ਇਨਕਮ ਫੰਡ ਦੇ ਵਿੱਚ। ਦੈਟ ਮੀਨਸ ਉਹਦੀ ਸਾਨੂੰ ਪੈਨਸ਼ਨ ਬਣਾਉਣੀ ਪੈਂਦੀ ਹੈਗੀ ਹੈ। ਤੋ ਪੈਨਸ਼ਨ ਕਿਉਂਕਿ ਬਿਲਕੁਲ ਉਨੀ ਨਹੀਂ ਹੁੰਦੀ ਜਿੰਨੀ ਅਸੀਂ ਸੈਲਰੀ ਜਾਂ ਆਪਣੀ ਵੈਸੇ ਇਨਕਮ ਅਰਨ ਕਰਦੇ ਹੈਗੇ ਆ, ਤੇ ਟੈਕਸ ਵੀ ਜਿਹੜਾ ਸਾਨੂੰ ਬਹੁਤ ਘੱਟ ਲੱਗਦਾ, ਥੋੜੀ ਜਿਹੀ ਉੱਥੇ ਛੋਟ ਵੀ ਹੁੰਦੀ ਹੈਗੀ ਟੈਕਸ ਦੀ। ਤੇ 71 ਸਾਲ ਦੀ ਏਜ ਤੋਂ ਬਾਅਦ ਜਾ ਕੇ ਸਾਨੂੰ ਕਰਵਾਉਣੇ ਹੀ ਪੈਂਦਾ ਹੈਗਾ। ਇੱਥੇ ਇਹ ਵੀ ਗੱਲ ਮੈਂ ਕਲੀਅਰ ਕਰਨਾ ਚਾਹੁੰਦਾ, 71 ਸਾਲ ਦਾ ਮਤਲਬ ਇਹ ਨਹੀਂ ਕਿ 71 ਸਾਲ ਹੀ ਪੈਸੇ ਤੁਹਾਡੇ ਇੱਥੇ ਵਿੱਚ ਪਏ ਰਹਿਣਗੇ। ਤੁਸੀਂ ਜਦ ਚਾਹੋ, ਕਿਉਂਕਿ ਤੁਹਾਡੇ ਪ੍ਰਾਈਵੇਟ ਅਮਾਉਂਟ ਹੈਗੀ ਹੈ, ਜਦੋਂ ਮਰਜ਼ੀ ਚਾਹੋ ਤੁਸੀਂ ਭਾਵੇਂ 55 ਸਾਲ ਦੇ ਹੋ, 50 ਸਾਲ ਦੇ ਹੋ, 60 ਸਾਲ ਦੇ ਹੋ, ਜਦੋਂ ਮਰਜ਼ੀ ਤੁਸੀਂ ਜਿਹੜੇ ਵੀ ਤੁਹਾਡੇ RRSP 'ਚ ਪੈਸੇ ਪਏ ਨੇ ਉਹਨੂੰ ਤੁਸੀਂ ਰਿਫ ਫੰਡ ਦੇ ਵਿੱਚ ਪਾ ਕੇ ਤੁਸੀਂ ਪੈਨਸ਼ਨ ਬਣਾ ਸਕਦੇ ਹੋ। ਤੁਸੀਂ ਕੋਈ ਵੀ ਬੰਦਾ ਜਿਹੜਾ ਸੋਚ ਸਕਦਾ ਕਿ ਮੈਂ ਡਿਸਾਈਡ ਕਰ ਸਕਦਾ ਹੈਗਾ ਕਿ ਮੈਂ 50 ਸਾਲ ਦੀ ਉਮਰ ਤੇ ਰਿਟਾਇਰ ਹੋਣਾ ਹੈਗਾ, ਫਿਰ ਮੈਨੂੰ ਪੱਕੀ ਪੈਨਸ਼ਨ ਚਾਹੀਦੀ ਹੈਗੀ ਹੈ। ਗਵਰਨਮੈਂਟ ਦੀ ਪੈਨਸ਼ਨ ਤੇ 67 ਸਾਲ ਤੇ ਜਾ ਕੇ ਲੱਗਣੀ ਹੈਗੀ ਹੈ ਜਾਂ 65 ਸਾਲ ਤੇ ਜਾ ਕੇ ਲੱਗਣੀ ਹੈ। ਇਹ ਜਿਹੜੀ ਤੁਹਾਡੀ ਆਪਣੀ ਪ੍ਰਾਈਵੇਟ ਪੈਨਸ਼ਨ ਹੈ, ਜਦੋਂ ਮਰਜ਼ੀ ਤੁਸੀਂ ਸਟਾਰਟ ਕਰ ਸਕਦੇ ਹੈਗੇ ਹੋ। ਪਰ 71 ਸਾਲ ਤੋਂ ਜ਼ਿਆਦਾ ਚਿਰ ਇਹਦੇ ਵਿੱਚ ਜਿਹੜਾ ਹੈ ਪੈਸੇ ਨਹੀਂ ਤੁਸੀਂ ਰੱਖ ਸਕਦੇ। 71 ਸਾਲ ਤੱਕ ਤੇ ਕੰਪਲਸਰੀ ਹੈ ਕਿ ਤੁਸੀਂ ਉਸ ਨੂੰ ਪੈਨਸ਼ਨ ਫੰਡ ਦੇ ਵਿੱਚ ਪਾਉਣਾ ਹੈਗਾ, ਰਿਫ ਫੰਡ ਦੇ ਵਿੱਚ ਪਾਉਣਾ ਹੈ, ਰਿਟਾਇਰਮੈਂਟ ਇਨਕਮ ਫੰਡ ਦੇ ਵਿੱਚ ਪਾਉਣਾ। ਪਰ ਉਸ ਤੋਂ ਪਹਿਲਾਂ ਜਦੋਂ ਮਰਜ਼ੀ ਯੂ ਕੈਨ ਡਿਸਾਈਡ ਕਿ ਮੈਂ ਕਦੋਂ ਰਿਟਾਇਰ ਹੋਣਾ ਤੇ ਮੈਨੂੰ ਕਿੰਨੀ ਇਨਕਮ ਚਾਹੀਦੀ ਹੈਗੀ ਆ। ਜੇ ਤੁਹਾਨੂੰ ਇਨਕਮ ਜ਼ਿਆਦਾ ਚਾਹੀਦੀ ਹੈਗੀ ਆ, ਹਾਲਾਂਕਿ ਗਵਰਨਮੈਂਟ RRSP ਦੇ ਵਿੱਚ ਜਿਹੜਾ ਹੈ ਉਹ 18% ਦੀ ਜਿਹੜੀ ਤੁਹਾਨੂੰ ਲਿਮਿਟ ਦਿੰਦੀ ਹੈ, 18% ਤੁਸੀਂ ਜ਼ਿਆਦਾ ਨਹੀਂ ਪਾ ਸਕਦੇ। ਪਰ ਜੇ ਤੁਸੀਂ ਡਿਸਾਈਡ ਕਰਦੇ ਹੋ ਕਿ ਮੇਰਾ 2000 4000 ਦੇ ਨਾਲ ਜਿੰਨੇ ਕਿ RRSP ਦੇ ਵਿੱਚ ਮੈਨੂੰ ਲਿਮਿਟ ਹੈਗੀ ਪੈਸੇ ਪਾਉਣ ਦੀ, ਉਹਨੇ ਨਾਲ ਮੇਰਾ ਗੁਜ਼ਾਰਾ ਨਹੀਂ ਹੋਣਾ ਜਦੋਂ ਮੈਂ ਰਿਟਾਇਰ ਹੋਣਾ, ਤਾਂ ਤੁਸੀਂ ਆਪਣੀ ਪ੍ਰਾਈਵੇਟ ਪੈਨਸ਼ਨ ਵੀ ਲੈ ਸਕਦੇ ਹੋ। ਉਹਨੂੰ ਆਪਾਂ ਮੈਂ ਵੀ ਨੌਨ ਰਜਿਸਟਰ ਜਿਹੜੀ ਹੈ ਰਿਟਾਇਰਮੈਂਟ ਪਲਾਨ ਕਹਿ ਦਿੰਦੇ ਹੈਗੇ। ਉਹਦੇ 'ਚ ਜਿੰਨੇ ਮਰਜ਼ੀ ਤੁਸੀਂ ਜਿਹੜੇ ਪੈਸੇ ਪਾ ਸਕਦੇ ਹੋ, ਪਰ ਉਹਦੇ 'ਚ ਤੁਹਾਨੂੰ ਇਨਕਮ ਟੈਕਸ ਦੀ ਜਿਹੜੀ ਹੈ ਫਿਰ ਰਿਬੇਟ ਨਹੀਂ ਮਿਲਦੀ ਹੈਗੀ। ਤਾਂ ਅਦਰਵਾਈਜ਼ ਤੁਸੀਂ ਆਪਣੇ ਜਿਹੜਾ ਡਿਸਾਈਡ ਕਰ ਸਕਦੇ ਹੈਗੇ ਹੋ ਕਿ ਮੈਂ ਕਿੰਨੀ ਜਿਹੜੀ ਹੈ ਪੈਨਸ਼ਨ ਜਿਹੜੀ ਹੈ ਲੈਣਾ ਚਾਹੁੰਦਾ ਹੈਗਾ। ਤੇ ਜਿਸ ਤਰ੍ਹਾਂ ਤੁਸੀਂ ਦੋਸਤੋ ਦੇਖਿਆ ਕਿ ਇਹ RRSP ਬਹੁਤ ਵੱਡਾ ਸਬਜੈਕਟ ਹੈਗਾ। ਇਹਦੇ ਤੇ ਗੱਲ ਕਰਨੀ, ਫਿਰ ਪੈਸੇ ਕਿੱਥੇ ਜਮ੍ਹਾਂ ਕਰਵਾਉਣੇ ਨੇ, ਮਿਊਚੁਅਲ ਫੰਡ 'ਚ ਜਮ੍ਹਾਂ ਕਰਵਾਉਣੇ ਨੇ ਜਾਂ ਸੈਗਰੀਗੇਟਡ ਫੰਡ ਵਿੱਚ ਕਰਵਾਉਣੇ ਨੇ, ਬੌਂਡਸ ਫੰਡ ਵਿੱਚ ਕਰਵਾਉਣੇ ਨੇ, ਸ਼ੇਅਰ ਮਾਰਕੀਟ 'ਚ ਕਰਵਾਉਣੇ ਨੇ। ਇਹ ਵੀ ਜਿਹੜਾ ਹੈ ਇੱਕ ਅਗਲਾ ਚੈਪਟਰ ਜਿਹੜਾ ਖੁੱਲ੍ਹ ਜਾਂਦਾ ਹੈਗਾ। ਤੇ ਜ਼ਰੂਰ ਤੁਸੀਂ ਆਪਣੇ ਐਡਵਾਈਜ਼ਰ ਦੇ ਨਾਲ ਬੈਠ ਕੇ ਘੱਟੋ ਘੱਟ ਇਹਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈਗੀ ਹੈ। ਇਹ ਨਾ ਹੋਵੇ ਕਿ 2 ਸਾਲਾਂ ਬਾਅਦ, 4 ਸਾਲਾਂ ਬਾਅਦ, 10 ਸਾਲਾਂ ਬਾਅਦ ਤੁਹਾਨੂੰ ਲੱਗੇ ਕਿ ਯਾਰ ਸਾਨੂੰ ਕਿਸੇ ਨੇ ਗਾਈਡ ਹੀ ਨਹੀਂ ਕੀਤਾ ਹੈਗਾ ਕਿ ਅਸੀਂ RRSP ਦੇ ਵਿੱਚ ਪੈਸੇ ਪਾ ਕੇ ਜਿਹੜਾ ਹੈ ਟੈਕਸ ਵੀ ਬਚਾ ਸਕਦੇ ਸੀ, ਆਪਣੀ ਰਿਟਾਇਰਮੈਂਟ ਜਿਹੜੀ ਹੈ ਪਲਾਨ ਕੇ ਵੀ ਕਰ ਸਕਦੇ ਹਾਂ। ਜ਼ਿੰਦਗੀ ਦੇ ਵਿੱਚ 2 ਰਿਸਕ ਹੁੰਦੇ ਨੇ। ਇੱਕ ਇਹ ਹੁੰਦਾ ਕਿ ਬੰਦਾ ਕਿਤੇ ਛੇਤੀ ਜਿਹੜੀ ਹੈ ਡੈਥ ਨਾ ਹੋ ਜਾਏ, ਤੇ ਉਹਦੇ ਵਾਸਤੇ ਅਸੀਂ ਲਾਈਫ ਇੰਸ਼ੋਰੈਂਸ ਲੈਂਦੇ ਹਾਂ। ਦੂਜਾ ਰਿਸਕ ਹੁੰਦਾ ਕਿ ਲੰਬੇ ਸਮੇਂ ਵਾਸਤੇ ਜਿਹੜਾ ਹੈ ਤੁਸੀਂ ਜਿਉਂਦੇ ਰਹਿ ਸਕਦੇ ਹੈਗੇ ਹੋ, ਤੇ ਉਦੋਂ ਫਿਰ ਇਨਕਮ ਕਿੱਥੋਂ ਆਏਗੀ? ਰਿਟਾਇਰਮੈਂਟ, ਬੱਚਿਆਂ ਨੇ ਵਿਆਹ ਕਰਵਾ ਕੇ ਆਪਣੇ ਘਰਾਂ ਨੂੰ ਚਲੇ ਜਾਣਾ ਹੈਗਾ। ਤੇ ਜੇ ਅਸੀਂ ਪਲੈਨਿੰਗ ਨਹੀਂ ਕੀਤੀ ਆਪਣੀ ਰਿਟਾਇਰਮੈਂਟ ਦੀ, ਤਾਂ ਉਦੋਂ ਫਿਰ ਬੰਦੇ ਨੂੰ ਪਛਤਾਵਾ ਹੁੰਦਾ ਕਿ ਹੁਣ ਉਦੋਂ ਤੇ ਇਨਕਮ ਪਹਿਲਾਂ ਜਿਹੜੀ ਆਪਾਂ ਖਾਈ ਗਏ, ਬੱਚਿਆਂ ਤੇ ਲਾਈ ਗਏ, ਤੇ ਹੁਣ ਤੇ ਇਨਕਮ ਦਾ ਕੋਈ ਸਾਧਨ ਹੀ ਨਹੀਂ ਰਿਹਾ ਹੈਗਾ। ਤੇ ਉਹ RRSP ਇੱਕ ਵਧੀਆ ਸਾਧਨ ਹੈਗਾ ਕਿ ਜਿਹਦੇ ਨਾਲ ਤੁਸੀਂ ਆਪਣੀ ਲੰਬੀ ਜਿਹੜੀ ਉਮਰ ਤੁਹਾਡੀ ਹੈਗੀ ਆ ਉਹਨੂੰ ਵਧੀਆ ਤਰੀਕੇ ਨਾਲ ਜਿਹੜੀ ਹੈ ਭੋਗ ਸਕਦੇ ਹੈਗੇ ਹੋ। ਤਾਂ ਜ਼ਰੂਰ ਆਪਣੇ ਐਡਵਾਈਜ਼ਰ ਦੇ ਨਾਲ ਬੈਠ ਕੇ ਤੁਸੀਂ ਇਸ ਦੇ ਬਾਰੇ ਜਿਹੜੀਆਂ ਜਾਣਕਾਰੀ ਲਓ, RRSP ਕਿਸ ਤਰ੍ਹਾਂ ਵਰਕ ਕਰਦੀ ਹੈਗੀ ਆ। ਮੇਰੇ ਨਾਲ ਗੱਲਬਾਤ ਕਰਨੀ ਹੋਵੇ ਤਾਂ 403 437 44 45 ਦੇ ਉੱਤੇ ਜਿਹੜਾ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 403 437 4445। ਆਸ ਹੈ ਕਿ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ। ਪਿਆਰ ਭਰੀ ਸਤਿ ਸ਼੍ਰੀ ਅਕਾਲ।